ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਜੀਤ ਬੁਲੇਟਿਨ ਵਿੱਚ ਨਿੱਘਾ ਸਵਾਗਤ। ਤੇ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਅੱਜ ਦੀਆਂ ਚੋਣਵੀਆਂ ਖਬਰਾਂ ਤੇ। 2016 ਵਿੱਚ ਹੋਈ ਸਰਜੀਕਲ ਸਟ੍ਰਾਈਕ ਉੱਤੇ ਦਿਗਵਿਜੇ ਸਿੰਘ ਨੇ ਚੁੱਕੇ ਸਵਾਲ। ਪ੍ਰਧਾਨ ਮੰਤਰੀ ਨੇ 21 ਪਰਮਵੀਰ ਪੁਰਸਕਾਰ ਜੇਤੂਆਂ ਦੇ ਨਾਂ ਉੱਤੇ ਰੱਖੇ ਟਾਪੂਆਂ ਦੇ ਨਾਮ। ਮਹਿਲਾ ਪਹਿਲਵਾਨ ਸ਼ੋਸ਼ਣ ਮਾਮਲੇ ਵਿੱਚ ਮੈਰੀ ਕੌਮ ਦੀ ਅਗਵਾਈ ਹੇਠ 5 ਮੈਂਬਰੀ ਕਮੇਟੀ ਕਰੇਗੀ ਜਾਂਚ। ਹਨੇਰੇ ਵਿੱਚ ਡੁੱਬਿਆ ਪਾਕਿਸਤਾਨ, ਕਈ ਵੱਡੇ ਸ਼ਹਿਰਾਂ 'ਚ ਬੱਤੀ ਗੁੱਲ। ਸੋਧਾ ਸਾਧ ਨੂੰ ਪੰਜਾਬ ਸਰਕਾਰ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਵੇ ਬੀਬੀ ਜਗੀਰ ਕੌਰ। ਇਹਨਾਂ ਖਬਰਾਂ ਦੇ ਨਾਲ ਹੋਰ ਵੀ ਅਹਿਮ ਖਬਰਾਂ ਜਿਨ੍ਹਾਂ ਦਾ ਵਿਸਥਾਰ ਇਸ ਤਰ੍ਹਾਂ। ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਅੱਜ 2016 ਦੇ ਵਿੱਚ ਹੋਈ ਸਰਜੀਕਲ ਸਟ੍ਰਾਈਕ ਉੱਤੇ ਸਵਾਲ ਚੁੱਕੇ। ਉਹਨਾਂ ਜੰਮੂ ਵਿੱਚ ਕਿਹਾ ਕਿ ਸਰਕਾਰ ਨੇ ਅਜੇ ਤੱਕ ਸਰਜੀਕਲ ਸਟ੍ਰਾਈਕ ਦੇ ਸਬੂਤ ਨਹੀਂ ਦਿੱਤੇ ਨੇ। ਕੇਂਦਰ ਸਰਕਾਰ ਸਰਜੀਕਲ ਸਟ੍ਰਾਈਕ ਦੀ ਗੱਲ ਕਰਦੀ ਹੈ ਕਿ ਅਸੀਂ ਇੰਨੇ ਲੋਕ ਮਾਰੇ ਨੇ, ਪਰ ਕੋਈ ਸਬੂਤ ਨਹੀਂ ਹੈ। ਸਰਜੀਕਲ ਸਟ੍ਰਾਈਕ ਤੋਂ ਇਲਾਵਾ ਦਿਗਵਿਜੇ ਨੇ 2019 ਦੇ ਵਿੱਚ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਘੇਰਿਆ। ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਪੁਲਵਾਮਾ ਹਮਲੇ ਦੌਰਾਨ ਸੀਆਰਪੀਐਫ ਅਧਿਕਾਰੀਆਂ ਨੇ ਕਿਹਾ ਸੀ ਕਿ ਸੈਨਿਕਾਂ ਨੂੰ ਹਵਾਈ ਜਹਾਜ਼ ਰਾਹੀਂ ਮੂਵਮੈਂਟ ਕਰਵਾਏ ਜਾਣ, ਪਰ ਪ੍ਰਧਾਨ ਮੰਤਰੀ सहमत नहीं हुए। एक पाकिस्तान का कोई नुमाइंदा बैठ जाता है जो हमको गाली देता है, और कुछ हमारे आरएसएस के लोग बैठ जाते हैं, वो उनको गाली देते हैं। लेकिन नरेंद्र मोदी जी, नवाज शरीफ साहब के घर में शादी होती है तो वहां जरूर पहुंच जाते हैं बिना बुलाए। ये क्यों है भाई? अगर आपको पाकिस्तान से इतनी नाराजगी है तो आप बिना लोगों को बताए आप नवाज शरीफ साहब के घर में शादी में क्यों पहुंच गए? डॉक्टर मनमोहन सिंह जी की पैदाइश पाकिस्तान की थी, लेकिन वो तो प्रधानमंत्री के रूप में कभी पाकिस्तान नहीं गए। लेकिन इन्होंने केवल पूरे देश में ये सब बातें की। पुलवामा की घटना हुई, 40 से ज्यादा हमारे सीआरपीएफ के लोग मारे गए। क्यों मारे गए? सीआरपीएफ के लोगों ने, डायरेक्टर ने मांग की थी कि सेंसिटिव जोन है, इन सीआरपीएफ के जवानों को हवाई जहाज से श्रीनगर से दिल्ली भेजा जाए। लेकिन मोदी जी ने मना कर दिया। क्यों मना कर दिया? पुलवामा, जो कि पूरे तरीके से टेररिज्म का एक केंद्र बन चुका है, वहां हर गाड़ी की चेकिंग होती है। वहां एक स्कॉर्पियो गाड़ी उल्टी दिशा से आती है, उसकी जांच पड़ताल क्यों नहीं हुई? और जांच पड़ताल भी नहीं हुई, और उसके बाद वो आके टकराती है और हमारे 40 सीआरपीएफ के जवान शहीद हो जाते हैं। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਰਕਰਮ ਦਿਵਸ ਉੱਤੇ ਵੀਡੀਓ ਕਾਨਫਰੰਸਿੰਗ ਰਾਹੀਂ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ 21 ਸਭ ਤੋਂ ਵੱਡੇ ਅਣਜਾਣ ਟਾਪੂਆਂ ਦਾ ਨਾਮ 21 ਪਰਮਵੀਰ ਚੱਕਰ ਨਾਲ ਸਨਮਾਨਿਤ ਲੋਕਾਂ ਦੇ ਨਾਮ ਉੱਤੇ ਰੱਖਿਆ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਉਹਨਾਂ ਦੀ ਜਯੰਤੀ ਉੱਤੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਵੀਰ ਸਾਵਰਕਰ ਨੂੰ ਵੀ ਯਾਦ ਕੀਤਾ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਲਈ ਲੜਨ ਵਾਲੇ ਸਾਵਰਕਰ ਅਤੇ ਹੋਰ ਬਹੁਤ ਸਾਰੇ ਨਾਇਕ ਇਸ ਅੰਡੇਮਾਨ ਦੀ ਧਰਤੀ ਉੱਤੇ ਕੈਦ ਹੋਏ, ਪਰ ਉਹਨਾਂ ਨੇ ਦੇਸ਼ ਦੇ ਲਈ ਆਪਣੀ ਬਹਾਦਰੀ ਦਿਖਾਈ। जैसे समंदर अलग अलग द्वीपों को जोड़ता है, वैसे ही एक भारत श्रेष्ठ भारत का भाव भारत मां की हर संतान को एक कर देती है। मेजर सोमनाथ शर्मा, पीरू सिंह, मेजर शैतान सिंह से लेकर कैप्टन मनोज पांडे, सूबेदार जोगिंदर सिंह और लांस नायक अल्बर्ट एक्का तक, वीर अब्दुल हमीद और मेजर रामास्वामी परमेश्वरन से लेकर सभी 21 परमवीर, सबके लिए एक ही संकल्प था, राष्ट्र सर्वप्रथम, इंडिया फर्स्ट।
ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਮੋਹਨ ਸ਼ਰਨ ਸਿੰਘ ਵੱਲੋਂ ਮਹਿਲਾ ਪਹਿਲਵਾਨਾਂ ਦਾ ਸ਼ੋਸ਼ਣ ਕਰਨ ਦੇ ਮਾਮਲੇ ਦੀ ਜਾਂਚ 5 ਮੈਂਬਰੀ ਕਮੇਟੀ ਕਰੇਗੀ, ਜਿਸ ਦੀ ਅਗਵਾਈ ਸਾਬਕਾ ਉੱਘੀ ਮੁੱਕੇਬਾਜ਼ ਖਿਡਾਰਨ ਮੈਰੀ ਕੌਮ ਕਰੇਗੀ। ਇਹ ਕਮੇਟੀ ਭਾਰਤੀ ਕੁਸ਼ਤੀ ਮਹਾਸੰਘ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਦੀ ਵੀ ਨਿਗਰਾਨੀ ਕਰੇਗੀ ਤੇ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੇਗੀ। ਇਹ ਕਮੇਟੀ ਦੇ ਹੋਰ ਮੈਂਬਰਾਂ ਵਿੱਚ ਓਲੰਪਿਕ ਤਗਮਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ, ਸਾਬਕਾ ਬੈਡਮਿੰਟਨ ਖਿਡਾਰੀ ਅਤੇ ਓਲੰਪਿਕ ਸੈੱਲ ਦੀ ਮੈਂਬਰ ਤ੍ਰਿਪਤੀ ਮੁਰਗੁੰਡੇ, ਸਾਬਕਾ ਟਾਪਸ CEO ਰਾਜ ਗੋਪਾਲਨ ਅਤੇ ਸਾਬਕਾ ਸਾਈ ਕਾਰਜਕਾਰੀ ਨਿਰਦੇਸ਼ਕ ਰਾਧਿਕਾ ਸ਼੍ਰੀਮਨ ਸ਼ਾਮਿਲ ਨੇ ਤੇ ਇਸ ਕਮੇਟੀ ਦਾ ਐਲਾਨ ਖੇਡ ਮੰਤਰੀ ਅਨੁਰਾਗ ठाकुर ने ਅੱਜ ਕੀਤਾ। रेसलिंग फेडरेशन ऑफ इंडिया के अध्यक्ष अपने पद पर काम नहीं करेंगे, उससे दूर रहेंगे दैनिक कार्यों से, और जो रेसलिंग फेडरेशन का काम है ये ओवरसाइट कमेटी वो भी उन दिनों तक देखे जब तक कमेटी का गठन किया गया है, और जो गंभीर आरोप लगे हैं उन पर भी वो जांच करेगी। ओवरसाइट कमेटी का जैसे मैंने अनाउंसमेंट की थी हम बनाएंगे। आज मैं यहाँ आपको बताना चाहता हूं कि ओवरसाइट कमेटी मैरी कॉम जो हमारी वर्ल्ड चैंपियन है उनकी अध्यक्षता में हम बना रहे हैं। इनके साथ योगेश्वर दत्त जो हमारे ओलंपियन और मेडलिस्ट रहे हैं वो उनके साथ कमेटी में होंगे। तृप्ति मुरगुंडे जो मिशन ओलंपिक सेल की सदस्य हैं और द्रोणाचार्य अवार्डी हैं वो इसकी सदस्य होंगे। पूर्व CEO टॉप्स कैप्टन राजगोपाल जी वो इसके सदस्य होंगे। राधा श्रीमन पूर्व ED टीम्स स्पोर्ट्स अथॉरिटी ऑफ इंडिया वो इसकी सदस्य होंगी। तो ये 5 लोगों की कमेटी को गठन किया गया है जो मैरी कॉम जी के नेतृत्व में बनेगी, और वो अगले 1 महीने तक इन आरोपों पर सभी पक्षों को सुनकर जांच भी करेगी और अपनी रिपोर्ट भी सौंपेगी, और तब तक जो डे टू डे कार्य है जो निर्णय करने होंगे तब तक भी ये कमेटी वो लेगी। ਆਰਥਿਕ ਸੰਕਟ ਦੇ ਵਿੱਚ ਡੁੱਬਿਆ ਹੋਇਆ ਪਾਕਿਸਤਾਨ ਹੁਣ ਸੱਚਮੁੱਚ ਹਨੇਰੇ ਵਿੱਚ ਡੁੱਬ ਗਿਆ ਹੈ। ਪਹਿਲਾਂ ਦੇਸ਼ ਦੇ ਵਿੱਚ ਆਟਾ ਖਤਮ ਹੋ ਗਿਆ, ਫਿਰ ਗੈਸ ਅਤੇ ਪੈਟਰੋਲ ਦਾ ਸੰਕਟ ਆਇਆ ਤੇ ਹੁਣ ਬਿਜਲੀ ਦੀ ਵਾਰੀ ਹੈ। ਖਬਰਾਂ ਆ ਰਹੀਆਂ ਨੇ ਕਿ ਸੋਮਵਾਰ ਸਵੇਰ ਤੋਂ ਹੀ ਪਾਕਿਸਤਾਨ ਦਾ ਵੱਡਾ ਹਿੱਸਾ ਹਨੇਰੇ ਦੇ ਵਿੱਚ ਡੁੱਬਿਆ ਹੋਇਆ ਹੈ। ਹਾਈ ਟੈਂਸ਼ਨ ਟਰਾਂਸਮਿਸ਼ਨ ਲਾਈਨਾਂ ਦੇ ਵਿੱਚ ਨੁਕਸ ਪੈਣ ਦੇ ਕਾਰਨ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਿਜਲੀ ਦਾ ਸੰਕਟ ਰਿਹਾ। ਦੱਸ ਦਈਏ ਕਿ ਪਾਕਿਸਤਾਨ ਪਹਿਲਾਂ ਹੀ ਬਿਜਲੀ ਦੀ ਕਮੀ ਅਤੇ ਲੰਬੇ ਕੱਟਾਂ ਦਾ ਸਾਹਮਣਾ ਕਰ ਰਿਹਾ ਹੈ। ਬਿਜਲੀ ਦੀ ਬਚਤ ਦੇ ਲਈ ਸਰਕਾਰ ਨੇ 8 ਵਜੇ ਬਾਜ਼ਾਰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਡੇਰਾ ਸਿਰਸਾ ਮੁਖੀ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਪੰਜਾਬ ਲਿਆਂਦਾ ਜਾਵੇ। ਜਾਰੀ ਕੀਤੇ ਪ੍ਰੈਸ ਬਿਆਨ ਦੇ ਵਿੱਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਸੌਦਾ ਸਾਧ ਨੂੰ 14 ਮਹੀਨਿਆਂ ਦੇ ਵਿੱਚ 4 ਵਾਰ ਪੈਰੋਲ ਉੱਤੇ ਬਾਹਰ ਭੇਜਿਆ ਜਾ ਰਿਹਾ ਹੈ ਤਾਂ ਫਿਰ ਬੇਅਦਬੀ ਦੇ ਮਾਮਲੇ ਵਿੱਚ ਉਸ ਨੂੰ ਪੰਜਾਬ ਕਿਉਂ ਨਹੀਂ ਲਿਆਂਦਾ ਜਾ ਸਕਦਾ। ਬੀਬੀ ਜਗੀਰ ਕੌਰ ਨੇ ਮੁੱਖ ਮੰਤਰੀ ਪੰਜਾਬ ਨੂੰ ਕਿਹਾ ਕਿ ਬੇਅਦਬੀ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਤੇ ਇਸ ਮਾਮਲੇ ਦੇ ਉੱਤੇ ਸਿਆਸਤ ਕਰਨ ਵਾਲੀਆਂ ਰਾਜਸੀ ਪਾਰਟੀਆਂ ਦਾ ਹਾਲ ਜੋ ਪੰਜਾਬ ਦੇ ਲੋਕਾਂ ਨੇ ਕੀਤਾ ਹੈ ਉਹ ਆਪਣੇ ਆਪ ਦੇ ਵਿੱਚ ਇਸ ਦਾ ਪ੍ਰਤੱਖ ਪ੍ਰਮਾਣ ਹੈ। ਉਹਨਾਂ ਨੇ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਸੱਤਾ ਵਿੱਚ ਆਉਣ ਉੱਤੇ ਬੇਅਦਬੀ ਦੇ ਮਾਮਲੇ ਨੂੰ 24 ਘੰਟਿਆਂ ਵਿੱਚ ਹੱਲ ਕਰਨ ਦਾ ਦਾਅਵਾ ਵੀ ਕੀਤਾ ਸੀ। ਦੇਖੋ, ਪੈਰੋਲ ਭਾਵੇਂ ਕਾਨੂੰਨੀ ਹੱਕ ਹੈ, ਮੈਂ ਸਮਝਦੀ ਹਾਂ, ਪਰ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣੀ, 14 ਮਹੀਨਿਆਂ 'ਚ 4 ਵਾਰੀ ਪੈਰੋਲ ਤੇ ਉਹਨੂੰ ਭੇਜਣਾ, ਇਹ ਹਰਿਆਣਾ ਸਰਕਾਰ ਜਿਹੜੀ ਹੈ ਬਹੁਤ ਵੱਡਾ ਇੱਕ ਕਿਸਮ ਦਾ ਲੋਕਾਂ ਦੇ ਨਾਲ ਬੇਇਨਸਾਫੀ ਕਰ ਰਹੀ ਹੈ। ਕਿਉਂਕਿ ਸਾਰੀ ਅੱਜ ਪੰਜਾਬ 'ਚ ਜਿਹੜੀ ਅੱਗ ਲੱਗੀ ਹੋਈ ਹੈ ਉਹ ਕੇਵਲ ਤੇ ਕੇਵਲ ਰਾਮ ਰਹੀਮ ਦੇ ਸਾਰੇ ਕੇਸਾਂ ਨਾਲ ਜੁੜੀ ਹੈ। ਕਿਉਂਕਿ ਜਿਹੜੇ ਉੱਤੇ ਕੇਸ ਹੈ ਬਲਾਤਕਾਰੀ ਦੇ, ਕਤਲਾਂ ਦੇ ਜਾਂ ਅਣਮਨੁੱਖੀ ਜੋ ਘਟਨਾਵਾਂ ਦੇ, ਅੱਜ ਉਹ ਬੱਚੀਆਂ ਜਿਨ੍ਹਾਂ ਨੇ ਆਪਣੀ ਆਵਾਜ਼ ਬੁਲੰਦ ਕਰਕੇ ਉਹਨੂੰ ਅੰਦਰ ਕਰਾਇਆ ਸੀ, ਉਹਨਾਂ ਦੇ ਦਿਲਾਂ 'ਤੇ ਕੀ ਬੀਤਦੀ ਹੋਏਗੀ। ਪਰ ਪੰਜਾਬ ਦੇ ਲੋਕ ਜਾਂ ਖਾਸ ਕਰਕੇ ਸਿੱਖ ਜਿਹੜੇ ਹੈ ਉਹਨਾਂ ਦੇ ਮਨ ਦੇ ਉੱਤੇ ਬਹੁਤ ਵੱਡੀ ਚੋਟ ਵੱਜਦੀ ਹੈ ਜਦੋਂ ਵੀ ਉਹ ਬਾਹਰ ਆਉਂਦਾ ਹੈ। STF ਬਾਰਡਰ ਰੇਂਜ ਦੀ ਟੀਮ ਉੱਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਇੱਕ ਨਸ਼ਾ ਤਸਕਰ ਨੂੰ ਪੁਲਿਸ ਪਾਰਟੀ ਵੱਲੋਂ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਦੇ ਅਨੁਸਾਰ STF ਬਾਰਡਰ ਰੇਂਜ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨਸ਼ੇ ਦਾ ਧੰਦਾ ਕਰਦਾ ਹੈ, ਜਿਸ ਨੂੰ ਕਾਬੂ ਕਰਨ ਦੇ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਨਸ਼ਾ ਤਸਕਰ ਦੇ ਵੱਲੋਂ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰ ਦਿੱਤੀ, ਜਿਸ ਉੱਤੇ ਜਵਾਬੀ ਫਾਇਰ ਕਰਨ ਤੋਂ ਬਾਅਦ ਨਸ਼ਾ ਤਸਕਰ ਦੀ ਗੱਡੀ ਪਲਟ ਗਈ, ਜਿਸ ਤੋਂ ਬਾਅਦ ਵਿੱਚ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਦੇ ਕੋਲੋਂ
ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਹੋਈ। ਫੜਿਆ ਗਿਆ ਨਸ਼ਾ ਤਸਕਰ ਅਜਨਾਲਾ ਦੇ ਇੱਕ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਦਾ ਪੁੱਤਰ ਦੱਸਿਆ ਜਾ ਰਿਹਾ ਹੈ। ਫਿਲਹਾਲ STF ਵੱਲੋਂ ਫੜੇ ਗਏ ਨਸ਼ਾ ਤਸਕਰ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੂਬਾ ਕਾਰਜਕਾਰਨੀ ਵਿੱਚ ਪੰਜਾਬ ਦੇ ਪਾਣੀਆਂ ਸੰਬੰਧੀ ਸਿਆਸੀ ਮਤਾ ਪਾਸ ਕੀਤਾ ਗਿਆ। ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ SYL ਅਤੇ ਪੰਜਾਬ ਦੇ ਪਾਣੀਆਂ ਬਾਰੇ ਭਾਜਪਾ ਦੇ ਸਟੈਂਡ ਉੱਤੇ ਹਮੇਸ਼ਾ ਸਵਾਲ ਪੁੱਛੇ ਜਾਂਦੇ ਰਹੇ ਨੇ। ਅੱਜ ਤੋਂ ਬਾਅਦ ਇਹ ਕੋਈ ਨਹੀਂ ਪੁੱਛੇਗਾ। ਸੂਬਾ ਕਾਰਜਕਾਰਨੀ ਵਿੱਚ ਸਿਆਸੀ ਮਤਾ ਪਾਸ ਕਰਕੇ ਸਪਸ਼ਟ ਕੀਤਾ ਗਿਆ ਹੈ ਕਿ ਪੰਜਾਬ ਦੇ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਪਾਣੀ ਨਹੀਂ ਹੈ। पार्टी ने अपनी प्रतिबद्धता विशेष करके आए दिन पंजाब दे पानियां दे उत्ते सवाल पुछया जाता है। SYL दे उत्ते BJP का की स्टैंड है, किते भी जाओ ये सवाल खड़ा होता है। मैनूं लगदा कि अज तो बाद इहदे ते विराम लगेगा। पार्टी ने अपने राजनीतिक प्रस्ताव के अंदर ये कहा कि पंजाब कोल कोई पानी नहीं है किसी सूबे नूं देण दे लई, और मैनूं लगदा कि हुण इस तो बाद ये प्रश्न खड़ा नहीं होएगा। इहदे नाल नाल मान सरकार जद दी बनी है, पंजाब के अंदर कानून व्यवस्था के उत्ते इस कार्य समिति ने चिंता प्रकट की है। आए दिन जिहड़े कतल हो रहे हैं, फरोतियां मंगियां जा रही हैं, और पंजाब के अंदर जद दी ये सरकार आई है इत्थे बखवादी गल्लां करन वाले, पंजाब के भाईचारे नूं कमज़ोर करने वाले जिहड़ियां ताकतां है वो खुल रही हैं, और उन्हां ते सरकार कोई अंकुश नहीं लगा पा रही। इहदे ते भी इस कार्य समिति ने चिंता प्रकट की है। ਖੰਨਾ ਦੇ ਪਿੰਡ ਮੰਡਿਆਲਾ ਕਲਾ ਵਿੱਚ ਚੋਰਾਂ ਨੂੰ ਫੜਨ ਗਈ ਪੁਲਿਸ ਪਾਰਟੀ ਉੱਤੇ ਚੋਰਾਂ ਦੇ ਵੱਲੋਂ ਹਮਲਾ ਕੀਤਾ ਗਿਆ। ਕੋਟ ਪੁਲਿਸ ਚੌਂਕੀ ਇੰਚਾਰਜ ਜਗਦੀਪ ਸਿੰਘ ਦੀ ਵਰਦੀ ਫਾੜ ਦਿੱਤੀ ਗਈ। ਚੌਂਕੀ ਇੰਚਾਰਜ ਜਗਦੀਪ ਸਿੰਘ ਨੂੰ ਸਰਕਾਰੀ ਹਸਪਤਾਲ ਖੰਨਾ ਲਿਆਂਦਾ ਗਿਆ, ਜਿੱਥੇ MLR ਕੱਟੀ ਗਈ। ਐਮਰਜੈਂਸੀ ਡਿਊਟੀ ਉੱਪਰ ਤਾਇਨਾਤ ਡਾਕਟਰ ਫਰੈਂਕੀ ਨੇ ਦੱਸਿਆ ਕਿ ਉਹਨਾਂ ਦੇ ਕੋਲ ASI ਜਗਦੀਪ ਸਿੰਘ ਨੂੰ ਲਿਆਂਦਾ ਗਿਆ ਸੀ ਤੇ ਜਿਨ੍ਹਾਂ ਨੇ ਹਸਪਤਾਲ ਆ ਕੇ ਦੱਸਿਆ ਕਿ ਉਹ ਚੋਰ ਫੜਨ ਗਏ ਸੀ ਤਾਂ ਪੁਲਿਸ ਉੱਤੇ ਹੀ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ASI ਜਗਦੀਪ ਸਿੰਘ ਦੇ ਸੱਟਾਂ ਲੱਗੀਆਂ ਤੇ ਪੁਲਿਸ ਦੇ ਵੱਲੋਂ ਹੁਣ ਉਪਰੋਕਤ ਕਥਿਤ ਦੋਸ਼ੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਦੀ ਭਾਲ ਜਾਰੀ ਹੈ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਸਾਡੇ ਕੋਲ ਸਵੇਰੇ ਚੌਂਕੀ ਇੰਚਾਰਜ ਕੋਲ 6 ਨੰਬਰ 5D ਦੀ ਦਰਖਾਸਤ ਕੰਪਲੀਟ ਬਲਵੀਰ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਮੰਡਿਆਲਾ ਕਲਾਂ ਨੇ ਲਿਖਾਈ ਸੀ। ਨਾਲ ਉਹਨਾਂ ਦੇ ਹੋਰ ਮੌਤਬਰ ਬੰਦੇ ਆਏ ਸੀ 10-15 ਵੀ ਸਾਡੇ ਖੇਤਾਂ ਵਿੱਚ ਜਿਹੜੇ ਖੰਭੇ ਲੱਗੇ ਹੋਏ ਨੇ ਉਹਨਾਂ ਦੇ ਉੱਤੋਂ ਐਂਗਲ ਐਲੂਮੀਨੀਅਮ ਦੇ ਐਂਗਲ ਲਾਏ ਜਾ ਰਹੇ ਨੇ। ਜਿਹੜਾ ਅਸੀਂ ਦੇਖਿਆ ਵੀ ਸਾਡੇ ਪਿੰਡ ਦੇ ਹੀ ਇਹ ਹਰਜੀਤ ਸਿੰਘ ਏਲੀਅਸ ਬੰਟੀ ਸਨ ਆਫ ਕਰਮ ਸਿੰਘ ਅਤੇ ਇੱਕ ਦੂਜਾ ਹੈਗਾ ਬਲਜੀਤ ਸਿੰਘ ਏਲੀਅਸ ਬੰਟੀ ਸਨ ਆਫ ਬਹਾਦਰ ਸਿੰਘ ਅਤੇ ਇੱਕ ਜਨਗਰਾਜ ਸਨ ਆਫ ਪਿਆਰਾ ਰਾਮ ਬਾਜੀਗਰ, ਇਹਨੂੰ ਉਤਾਰ ਰਹੇ ਨੇ। ਇਹ ਸਾਨੂੰ ਅਸੀਂ ਚੋਰੀ ਕਰਦੇ ਦੇਖੇ ਗਏ ਨੇ। ਹੁਣ ਦਰਖਾਸਤ ਆਈ ਹੈ ਤਾਂ ਉਹਦੀ ਪੜਤਾਲ ਕਰਨੀ ਜ਼ਰੂਰੀ ਸੀ ਵੀ ਚੋਰੀ ਦੀ ਦਰਖਾਸਤ ਸੀ। ਉਹ ਉੱਥੇ ਮੌਕੇ 'ਤੇ ਚਲਾ ਗਿਆ। ਉਹ ਸਭ ਤੋਂ ਪਹਿਲਾਂ ਹਰਜੀਤ ਸਿੰਘ ਏਲੀਅਸ ਬੰਟੀ ਦੇ ਘਰੇ ਗਿਆ। ਉਹਦਾ ਫਾਦਰ ਕਹਿੰਦਾ ਉਹ ਬਾਥਰੂਮ 'ਚ ਹੈ। ਜਦੋਂ ਬਾਥਰੂਮ 'ਚੋਂ ਨਿਕਲੇ ਅਤੇ ਸਾਰੇ ਇਹਦਾ ਬ੍ਰਦਰ ਵੀ ਹਰਜੀਤ ਅਤੇ ਹਰਜੀਤ ਦਾ ਬ੍ਰਦਰ ਦਲਜੀਤ ਸਿੰਘ ਏਲੀਅਸ ਬੱਬੂ ਅਤੇ ਇਹਦੀ ਸਿਸਟਰ ਸੁਖਵਿੰਦਰ ਕੌਰ ਅਤੇ ਕਰਮ ਸਿੰਘ, ਇਹਦੇ ਚੌਂਕੀ ਇੰਚਾਰਜ ਨਾਲ ਹੱਥੋਂ ਪਾਈ ਹੋ ਕੇ ਇਹਦੀ ਵਰਦੀ ਪਾੜਤੀ, ਇਹਦੇ ਕਾਲਰ ਸ਼ੋਲਡਰ ਪਾੜਿਆ ਅਤੇ ਨਾਲ ਇਹਦੇ ਨੱਕ ਦੇ ਉੱਤੇ ਕੜਾ ਮਾਰਿਆ ਅਤੇ ਇਹਨੂੰ ਕਹਿੰਦੇ ਤੂੰ ਕੌਣ ਹੁੰਦਾ ਸਾਨੂੰ ਅਰੈਸਟ ਕਰਨ ਵਾਲਾ ਜਾਂ ਪੁੱਛਣ ਵਾਲਾ। ਇਹਦੇ ਗਲ ਪੈ ਗਏ। ਇਹ ਅਸੀਂ ਇਹਦੇ 'ਤੇ ਕਾਰਵਾਈ ਕਰਦੇ ਹੋਏ FIR ਨੰਬਰ 12 ਅੰਡਰ ਸੈਕਸ਼ਨ ਜਿਹੜਾ ਹੈਗਾ 186, 353, 506, 332, 34 IPC PS ਸਦਰ ਖੰਨਾ ਨੇ ਰਜਿਸਟਰ ਕੀਤੀ ਹੈ, ਜਿਹਦੇ 'ਚ ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਕੇ ਇਹ ਤੁਹਾਨੂੰ ਅਗਲੀ ਰਿਪੋਰਟ ਕਾਰਵਾਈ ਦੱਸਦੇ ਹਾਂ। ਇਹਨੂੰ ਅਰੈਸਟ ਕਰਕੇ ਇਹਨਾਂ ਸਾਰੇ ਬੰਦਿਆਂ ਨੂੰ ਅਰੈਸਟ ਕਰਾਂਗੇ ਅਸੀਂ। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਨਸ਼ਿਆਂ ਵਿਰੁੱਧ ਚੱਲ ਰਹੀ ਫੈਸਲਾਕੁੰਨ ਜੰਗ ਦੌਰਾਨ ਪੰਜਾਬ ਪੁਲਿਸ ਨੇ ਪਿਛਲੇ ਹਫ਼ਤੇ ਸੂਬੇ ਭਰ ਵਿੱਚ NDPS ਐਕਟ ਦੇ ਤਹਿਤ 173 FIRs ਦਰਜ ਕਰਕੇ ਜਿਸ ਦੇ ਵਿੱਚ 18 ਵਪਾਰਕ ਮਾਮਲੇ, 241 ਨਸ਼ਾ ਤਸਕਰ ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਜਨਰਲ ਆਫ ਪੁਲਿਸ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫ਼ਤਾਵਾਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਦੇ ਕੋਲੋਂ 5 ਕਿਲੋ ਹੈਰੋਇਨ, 4.90 ਕਿਲੋ ਅਫੀਮ, 5.92 ਕੁਇੰਟਲ ਭੁੱਕੀ ਅਤੇ 1.95 ਲੱਖ ਫਾਰਮਾ ਓਪੀਓਡਸ ਦੀਆਂ ਗੋਲੀਆਂ, ਕੈਪਸੂਲ, ਟੀਕੇ, ਸ਼ੀਸ਼ਿਆਂ ਤੋਂ ਇਲਾਵਾ 7.99 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਦੇ ਨਾਲ ਹੋਰ ਵੀ ਬਰਾਮਦਗੀ ਕੀਤੀ ਹੈ। ਉਹ ਇਸ ਹਫ਼ਤੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 173 FIR ਦਰਜ ਹੋਈਆਂ
ਜਿਹਦੇ 'ਚ 241 ਅਕਿਊਜ਼ਡ ਅਰੈਸਟ ਹੋਏ ਆ। ਇਹਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੀਆਂ 18 FIR ਦਰਜ ਹੋਈਆਂ, 134 FIR ਮੀਡੀਅਮ ਕੁਆਂਟੀਟੀ ਦੀਆਂ, 21 FIR ਜਿਹੜੀਆਂ ਨੇ ਸਮਾਲ ਕੁਆਂਟੀਟੀ ਦੀਆਂ ਦਰਜ ਹੋਈਆਂ। ਸਭ ਤੋਂ ਵੱਧ FIR ਕਮਿਸ਼ਨਰੇਟ ਲੁਧਿਆਣਾ 'ਚ 15 ਦਰਜ ਹੋਈਆਂ, ਅੰਮ੍ਰਿਤਸਰ ਦੇ ਵਿੱਚ ਕਮਿਸ਼ਨਰੇਟ ਅੰਮ੍ਰਿਤਸਰ 'ਚ 14, ਫਿਰੋਜ਼ਪੁਰ ਦੇ ਵਿੱਚ 13। ਔਰ ਕਮਰਸ਼ੀਅਲ ਕੁਆਂਟੀਟੀ ਦੀਆਂ ਜਿਹੜੀਆਂ FIR ਦਰਜ ਹੋਈਆਂ ਉਹਦੇ 'ਚ 3 ਲੁਧਿਆਣਾ ਕਮਿਸ਼ਨਰੇਟ 'ਚ ਦਰਜ ਹੋਈਆਂ, ਪਟਿਆਲਾ ਦੇ ਵਿੱਚ 2, ਬਰਨਾਲਾ ਦੇ ਵਿੱਚ 2। ਇਸ ਸਮੇਂ ਦੇ ਦੌਰਾਨ ਜਿਹੜੀ ਰਿਕਵਰੀ ਹੋਈ ਹੈ ਉਹ ਹੈਰੋਇਨ ਦੀ 5 ਕਿਲੋ ਦੀ ਰਿਕਵਰੀ ਹੋਈ ਹੈ, OPM ਦੀ ਵੀ 5 ਕਿਲੋ ਦੀ ਰਿਕਵਰੀ ਹੋਈ ਹੈ, ਪੌਪੀ ਹਸਕ ਦੀ 592 ਕਿਲੋਗ੍ਰਾਮ ਦੀ ਰਿਕਵਰੀ ਹੋਈ ਹੈ। ਔਰ ਇੰਜੈਕਸ਼ਨ ਟੈਬਲੇਟਸ ਜਿਹੜੇ ਮੈਡੀਕਲ ਡਰੱਗਸ ਆ ਉਹਦੀ 1,95,464 ਯੂਨਿਟ ਜਿਹੜੇ ਨੇ ਰਿਕਵਰ ਕੀਤੇ ਗਏ ਆ। ਡਰੱਗ ਮਨੀ 7,99,200 ਰੁਪਏ ਜਿਹੜੇ ਆ ਡਰੱਗ ਮਨੀ ਰਿਕਵਰ ਕੀਤੀ ਗਈ ਹੈ। ਔਰ ਇਸ ਸਮੇਂ ਦੇ ਦੌਰਾਨ 13 ਜਿਹੜੇ ਨੇ PO/ਅਬਸਕੌਂਡਰ ਜਿਹੜੇ NDPS ਐਕਟ ਦੇ ਉਹ ਅਰੈਸਟ ਕੀਤੇ ਆ। ਟੋਟਲ PO ਜਿਹੜੇ ਹੁਣ ਤੱਕ ਅਰੈਸਟ ਹੋ ਗਏ ਆ ਸਾਡੇ ਜਿਹੜੇ NDPS ਐਕਟ ਦੇ ਜਦੋਂ ਦੀ ਇਹ ਕੈਂਪੇਨ ਸਟਾਰਟ ਹੋਈ ਆ ਉਹ 636 ਜਿਹੜੇ ਨੇ PO ਅਰੈਸਟ ਹੋਏ ਆ। ਹਲਕਾ ਦਸੂਹਾ ਦੇ ਤਲਵਾੜਾ ਨਜ਼ਦੀਕ ਪੈਂਦੇ ਅੱਡਾ ਝੀਰ ਦਾ ਖੂਹ ਵਿਖੇ ਸਵੇਰੇ ਇੱਕ ਨਿੱਜੀ ਕੰਪਨੀ ਦੀ ਬੱਸ ਦਾ ਅਚਾਨਕ ਸੰਤੁਲਨ ਵਿਗੜਨ ਦੇ ਕਾਰਨ ਬੱਸ ਸਫੇਦੇ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਅੰਦਰ ਬੈਠੀਆਂ ਸਵਾਰੀਆਂ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਸਥਾਨਕ ਲੋਕਾਂ ਦੀ ਮਦਦ ਦੇ ਨਾਲ ਜ਼ਖਮੀ ਲੋਕਾਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢ ਕੇ ਹਾਜੀਪੁਰ ਮੁਕੇਰੀਆਂ ਤੇ ਦਸੂਹਾ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ। ਹਾਜੀਪੁਰ ਪੁਲਿਸ ਦੇ ਵੱਲੋਂ ਮੌਕੇ ਉੱਤੇ ਪਹੁੰਚ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਸੰਬੰਧੀ ਸਰਕਾਰੀ ਹਸਪਤਾਲ ਮੁਕੇਰੀਆਂ ਦੇ SMO ਡਾਕਟਰ GP ਸਿੰਘ ਨੇ ਦੱਸਿਆ ਕਿ ਜਦ ਉਹਨਾਂ ਇਸ ਘਟਨਾ ਦਾ ਪਤਾ ਲੱਗਾ ਸੀ ਤਾਂ ਉਹਨਾਂ ਨੇ ਤੁਰੰਤ ਇੱਥੋਂ ਐਂਬੂਲੈਂਸ ਘਟਨਾ ਸਥਲ ਉੱਤੇ ਭੇਜ ਦਿੱਤੀਆਂ ਤੇ ਉਹਨਾਂ ਨੇ ਦੱਸਿਆ ਕਿ 6 ਮਰੀਜ਼ਾਂ ਨੂੰ ਮੁਕੇਰੀਆ ਰੈਫਰ ਕੀਤਾ ਗਿਆ ਸੀ ਤੇ ਜਿਸ ਦਾ ਇਲਾਜ ਚੱਲ ਰਿਹਾ ਹੈ ਤੇ ਇੱਕ ਔਰਤ ਜਿਸ ਦੀ ਹਾਲਤ ਗੰਭੀਰ ਸੀ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਸਾਡੇ ਨਾ ਦਾਦੀ ਜੀ ਲੱਗਦੇ ਆ, ਇਹਨਾਂ ਦਾ ਝੀਰ ਦੁਖੀ ਰੋਡ ਤੇ ਐਕਸੀਡੈਂਟ ਹੋਇਆ ਬੱਸ ਦਾ, ਤੇ ਕੋਈ ਬੱਸ ਦਾ ਜਿਹੜਾ ਵੈਲੀ ਵਾਰਸ ਕੋਈ ਬੰਦਾ ਇੱਥੇ ਪਹੁੰਚਿਆ ਨਹੀਂ, ਮਰੀਜ਼ ਤੜਫ ਰਿਹਾ ਤੇ ਕਮ ਸੇ ਕਮ ਬੱਸ ਦੇ ਮਾਲਕ ਨੂੰ ਜਾਂ ਕਿਸੇ ਨੂੰ ਆ ਕੇ ਇੱਥੇ ਦੇਖਣਾ ਚਾਹੀਦਾ ਕਿ ਆ ਕੇ ਜਿਹੜੇ ਮਰੀਜ਼ ਤੜਫ ਰਹੇ ਆ ਇਹਦਾ ਕੋਈ ਇਹਨਾਂ ਦੀ ਕੋਈ ਰਿਸਪੌਂਸਿਬਿਲਿਟੀ ਕੌਣ ਲਊਗਾ। ਕਿੰਨੇ ਕੁ ਇੱਥੇ ਦਾਖਲ ਹੈਗੇ ਤੁਹਾਡੇ ਸਾਹਿਬ? 1 ਘੰਟਾ 1.5 ਘੰਟਾ ਪਹਿਲੇ ਪਹੁੰਚਿਆ ਜੀ ਇੱਥੇ। ਕਿੰਨੇ ਕੁ ਮਰੀਜ਼ ਹੈਗੇ ਅੰਦਰ? ਮਰੀਜ਼ ਘੱਟ ਤੋਂ ਘੱਟ 10-12 ਹੈਗੇ ਜੀ। ਕਿੱਦਾਂ ਦੀ ਕੰਡੀਸ਼ਨ ਹੈ? ਕੰਡੀਸ਼ਨ ਸੀਰੀਅਸ ਹੈ ਜੀ ਇਹਨਾਂ ਦੀ। ਇੱਕ ਜ਼ਿਆਦਾ ਸੀਰੀਅਸ ਹੈ, ਉਹਦੀ ਲੱਤ ਚੂਲਾ ਟੁੱਟਿਆ ਪਿਆ, ਉਹਦਾ ਮੱਥਾ ਪਾਟਿਆ ਬੰਦੇ ਦਾ, ਉਹ ਵੀ ਬਹੁਤ ਸੀਰੀਅਸ ਹੈ। ਪਰ ਇੱਥੇ ਕੋਈ ਬੰਦਾ ਪਹੁੰਚ ਨਹੀਂ ਰਿਹਾ। ਪ੍ਰਸ਼ਾਸਨ ਦਾ ਕੋਈ ਬੰਦਾ ਪਹੁੰਚਣਾ ਚਾਹੀਦਾ, ਆ ਕੇ ਇਹਨਾਂ ਦੀ ਕੋਈ ਸਾਰ ਲਵੇ। ਇਹ ਗਰੀਬਾਂ ਦੀ ਕੌਣ ਸਾਰ ਲਊਗਾ ਬੱਸਾਂ ਦੇ? ਇਹ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਦੇ ਕੋਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਉੱਪਰ। ਤੇ ਪਹਿਲਾਂ ਇਨਫੋਰਮੇਸ਼ਨ ਆਈ ਸੀਗੀ ਹਾਜੀਪੁਰ ਤੋਂ, ਕੋਈ ਪ੍ਰਾਈਵੇਟ ਬੱਸ ਹਾਜੀਪੁਰ ਤੋਂ ਅੱਗੇ ਝੀਰ ਦੀ ਖੂਹੀ ਨੇੜੇ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਸਾਨੂੰ ਡਾਕਟਰ ਸਾਹਿਬਾਨ ਦਾ ਫੋਨ ਆਇਆ ਸੀ। ਅਸੀਂ ਅਕੋਰਡਿੰਗਲੀ ਆਪਣੀ ਐਂਬੂਲੈਂਸ ਵਗੈਰਾ ਉੱਥੇ ਭੇਜਤੀ ਸੀ ਹਾਜੀਪੁਰ। ਉਹਨਾਂ ਨੇ ਉੱਥੇ ਸਾਡੇ ਕੋਲ ਕੁਝ ਪੇਸ਼ੈਂਟ ਭੇਜੇ, ਜਿਹਨਾਂ ਚੋਂ 6 ਪੇਸ਼ੈਂਟ ਸਾਡੇ ਕੋਲ ਰੈਫਰ ਹੋ ਕੇ ਆਏ ਮੁਕੇਰੀਆ ਸਿਵਲ ਹਸਪੀਟਲ 'ਚ। ਬਾਕੀ ਸ਼ਾਇਦ ਉਹਨਾਂ ਨੇ ਲੋਕਲ ਟ੍ਰੀਟਮੈਂਟ ਦੇ ਕੇ ਕੁਝ ਦਸੂਹਾ ਭੇਜੇ ਹੈ। ਉਹਨਾਂ 6 ਵਿੱਚੋਂ ਇੱਕ ਮਾਤਾ ਜੀ ਹੈਗੇ, ਉਹਨਾਂ ਨੂੰ ਮਲਟੀਪਲ ਇੰਜਰੀਜ਼ ਆਈਆਂ, ਉਹ ਓਲਡ ਏਜ ਹੈਗੇ ਮਾਤਾ ਜੀ। ਉਹਨਾਂ ਨੂੰ ਰਿਬ ਫ੍ਰੈਕਚਰ, ਇੱਕ ਥੋੜਾ ਹੈਡ ਇੰਜਰੀ ਦਾ ਕੰਪੋਨੈਂਟ ਹੈ, ਉਹ ਥੋੜੇ ਜਿਹੇ ਨੇ ਅੰਡਰ ਆਬਜ਼ਰਵੇਸ਼ਨ ਹੈਗੇ ਆ ਕ੍ਰਿਟੀਕਲ। ਬਾਕੀ ਜਿਹੜੇ ਸਾਰੇ ਸਟੇਬਲ ਹੈ ਐਕਸੈਪਟ ਫਿਊ ਕੁਝ ਫ੍ਰੈਕਚਰ ਵਗੈਰਾ ਸਸਪੈਕਟਡ ਹੈਗੇ, ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਐਕਸਰੇ ਵਗੈਰਾ ਹੋ ਰਹੇ ਹੈ। ਸਾਡੀ ਟੀਮ ਆਫ ਡਾਕਟਰਸ, ਆਰਥੋਪੈਡਿਸ਼ਨ, ਸਰਜਨ ਸਾਰੇ ਉਹਨਾਂ ਨੂੰ ਦੇਖ ਰਹੇ ਆ, ਅੰਡਰ ਆਬਜ਼ਰਵੇਸ਼ਨ ਹੈ, ਟ੍ਰੀਟਮੈਂਟ ਕਰ ਰਹੇ ਆ। ਇਹ ਸੀ ਅੱਜ ਦੀਆਂ ਅਹਿਮ ਖਬਰਾਂ। ਹੋਰ ਨਵੀਆਂ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਬਣੇ ਰਹੋ ਅਜੀਤ ਵੈਬ TV ਦੇ ਨਾਲ। ਸਤਿ ਸ਼੍ਰੀ ਅਕਾਲ ਜੀ।